ਇਹ ਜਿਹੜਾ ਚੈਪਟਰ ਅੱਜ ਮੈਂ ਸਟਾਰਟ ਕਰਾਉਣਾ ਉਹ ਹੈਗਾ ਇਨਕਮ ਫਰੋਮ ਬਿਜ਼ਨਸ ਐਂਡ ਪ੍ਰੋਫੈਸ਼ਨ। ਜਦੋਂ ਤੁਸੀਂ ਕੈਲਕੂਲੇਟ ਕਰਨੀ ਹੁੰਦੀ ਹੈ, ਇਹ ਮੈਥਡ ਮੈਂ ਆਪਣੇ ਮੁਤਾਬਿਕ ਬਣਾਇਆ ਆ ਔਰ ਜਿਹਦੇ ਮੁਤਾਬਿਕ ਮੈਂ ਮੰਨਦੇ ਹਾਂ ਕਿ ਈਜ਼ੀਲੀ ਇਹ ਚੈਪਟਰ ਹੋ ਜਾਂਦਾ ਔਰ ਤੁਹਾਨੂੰ ਸਾਰੀ ਜਿਹੜੀ ਥਿਊਰੀ ਉਹ ਪੜ੍ਹਨ ਦੀ ਲੋੜ ਨਹੀਂ ਹੈਗੀ। ਠੀਕ ਆ। ਸੋ ਜੇ ਤਾਂ ਕਿਸੇ ਨੇ ਸਿਰਫ ਸਮ ਸੋਲਵ ਕਰਨੇ ਨੇ ਔਰ ਉਹ ਆਪਣੀ ਅੰਡਰਸਟੈਂਡਿੰਗ ਬਣਾਉਣਾ ਚਾਹੁੰਦਾ ਤਾਂ ਇਸ ਮੈਥਡ ਨੂੰ ਫੋਲੋ ਕਰ ਸਕਦਾ ਹੈ। ਨਹੀਂ ਤਾਂ ਦੂਜਾ ਮੈਥਡ ਵੀ ਹੈ, ਤੁਹਾਡੀ ਜਿਹੜੀਆਂ ਬੁੱਕਸ ਦੇ ਵਿੱਚ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਯਾਦ ਕਰ ਲਿਓ, ਉਹਦੇ ਮੁਤਾਬਿਕ ਵੀ ਉਹ ਚੈਪਟਰ ਈਜ਼ੀਲੀ ਹੋ ਜਾਂਦਾ ਆ। ਬਟ ਮੇਰੇ ਮੁਤਾਬਿਕ ਉਹ ਕੰਫਰਟੇਬਲ ਮੈਥਡ ਨਹੀਂ ਹੈਗਾ। ਜਦੋਂ ਵੀ ਉਹ ਤੁਹਾਨੂੰ ਕਹਿੰਦਾ ਇਨਕਮ ਫਰੋਮ ਬਿਜ਼ਨਸ ਐਂਡ ਪ੍ਰੋਫੈਸ਼ਨ ਕੈਲਕੂਲੇਟ ਕਰੋ, ਤੁਸੀਂ ਹੈਡਿੰਗ ਦੇ ਲੈਣਾ ਇਨਕਮ ਫਰੋਮ ਬਿਜ਼ਨਸ ਐਂਡ ਪ੍ਰੋਫੈਸ਼ਨ। ਇਹਦਾ ਮਤਲਬ ਕੀ ਹੁੰਦਾ ਕਿ ਟੈਕਸ ਜਦੋਂ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਕਈ ਵਾਰ P&L ਦੇ ਵਿੱਚ ਕੁਛ ਚੀਜ਼ਾਂ ਐਸੀਆਂ ਪਾਈਆਂ ਹੁੰਦੀਆਂ ਜਿਹੜੇ ਇਨਕਮ ਟੈਕਸ ਦੇ ਲਾਅ ਦੇ ਮੁਤਾਬਿਕ ਅਲਾਊਡ ਨਹੀਂ ਹੁੰਦੀਆਂ। ਠੀਕ ਆ। ਕੁਛ ਚੀਜ਼ਾਂ ਐਸੀਆਂ ਐਡ ਜਾਂ ਲੈਸ ਕੀਤੀਆਂ ਹੁੰਦੀਆਂ ਨੇ P&L ਅਕਾਊਂਟ ਦੇ ਵਿੱਚ ਜਿਹੜੀਆਂ ਇਨਕਮ ਟੈਕਸ ਐਕਟ ਦੇ ਮੁਤਾਬਿਕ ਅਲਾਊਡ ਨਹੀਂ, ਉਹ ਆਪਾਂ ਸੈੱਟ ਕਰਨੀਆਂ ਹੁੰਦੀਆਂ ਨੇ। ਔਰ ਉਹ ਸੈੱਟ ਕਰਨ ਤੋਂ ਬਾਅਦ ਜੋ ਇਨਕਮ ਆਉਂਦੀ ਉਹਨੂੰ ਕਹਿੰਦੇ ਇਨਕਮ ਫਰੋਮ ਬਿਜ਼ਨਸ ਐਂਡ ਪ੍ਰੋਫੈਸ਼ਨ। ਹੁਣ ਜਿਵੇਂ P&L ਆ, ਸਿੱਧੇ ਪ੍ਰੋਫਿਟ ਕੱਢ ਲੈਂਦੇ ਹੋ, ਇਹ ਮੇਰੀ ਬਿਜ਼ਨਸ ਦੀ ਇਨਕਮ ਆ। ਠੀਕ ਆ। ਔਰ ਇਹਦੇ 'ਤੇ ਮੇਰਾ ਟੈਕਸ ਲੱਗਣਾ ਚਾਹੀਦਾ। ਬਟ ਜਦੋਂ ਇਨਕਮ ਟੈਕਸ ਆਫਿਸਰ ਤੁਹਾਡਾ P&L ਅਕਾਊਂਟ ਦੇਖਦਾ ਉਹਨੂੰ ਲੱਗਦਾ ਕਿ ਕੁਛ ਚੀਜ਼ਾਂ ਐਸੀਆਂ ਸੀ ਜਿਹੜੇ ਇਨਕਮ ਟੈਕਸ ਐਕਟ ਦੇ ਮੁਤਾਬਿਕ ਕੀ ਆ, ਡਿਸਅਲਾਊਡ। ਔਰ ਜਿਹੜੇ ਵੀ ਐਕਸਪੈਂਡੀਚਰ ਡਿਸਅਲਾਊਡ ਨੇ ਉਹ ਮੈਂ ਕੀ ਕਰਨੇ ਆ, ਐਡ ਕਿਉਂ ਕਰਨੇ ਆ ਉਹ ਵੀ ਮੈਂ ਤੁਹਾਨੂੰ ਦੱਸ ਦਾਂਗੇ। ਅਗਰ ਕੋਈ ਵੀ ਇਨਕਮ ਜਿਹੜੀ ਡਿਸਅਲਾਊਡ ਆ ਉਹ ਕੀ ਕਰਨੀ ਆ, ਮਾਈਨਸ। ਠੀਕ ਆ। ਦੋ ਚੀਜ਼ਾਂ ਪਹਿਲਾਂ ਤੁਸੀਂ ਕਲੀਅਰ ਰੱਖ ਲਿਓ। ਉਹਦਾ ਕਾਰਨ ਕੀ ਹੈ ਕਿ ਤੁਸੀਂ ਪ੍ਰੋਫਿਟ ਇੱਥੋਂ ਚੱਕਦੇ ਹੋ। ਅਗਰ ਤੁਸੀਂ ਇਹ ਚੀਜ਼ ਦਾ ਪ੍ਰੋਫਿਟ ਚੱਕਦੇ ਹੋ ਤਾਂ ਤੁਸੀਂ ਦੇਖੋ ਆ ਪ੍ਰੋਫਿਟ ਤੁਸੀਂ ਪਹੁੰਚੇ ਕਿਵੇਂ, ਇੱਧਰ ਵਾਲੀਆਂ ਚੀਜ਼ਾਂ ਐਡ ਕੀਤੀਆਂ, ਇੱਧਰ ਵਾਲੀਆਂ ਮਾਈਨਸ ਕੀਤੀਆਂ। ਅਗਰ ਤੁਸੀਂ ਇਸ ਪ੍ਰੋਫਿਟ ਤੋਂ ਸਮ ਕਰਨਾ ਸਟਾਰਟ ਕਰਦੇ ਹੋ ਅਤੇ ਇਸ ਸਾਈਡ ਕੋਈ ਵੀ ਐਸੀ ਆਈਟਮ ਪਈ ਹੈ ਜਿਹੜੀ ਇਨਕਮ ਟੈਕਸ ਲਾਅ ਦੇ ਮੁਤਾਬਿਕ ਨਹੀਂ ਆਉਣੀ ਚਾਹੀਦੀ ਤਾਂ ਤੁਸੀਂ ਉਹਨੂੰ ਕੀ ਕਰੋਗੇ, ਓਬਵੀਅਸਲੀ ਐਡ ਕਰੋਗੇ, ਕਿਉਂਕਿ ਲੈਸ ਤਾਂ ਤੁਸੀਂ ਪਹਿਲਾਂ ਹੀ ਕਰਕੇ ਇੱਥੇ ਪਹੁੰਚੇ ਹੋ। ਠੀਕ ਆ। ਸੋ ਇਹਦਾ ਸ਼ਾਰਟਕਟ ਮੈਥਡ ਕੀ ਹੈ ਕਿ ਤੁਸੀਂ ਪ੍ਰੋਫਿਟ ਲੈ ਲੈਣਾ। ਕੋਈ ਵੀ ਬਿਜ਼ਨਸ ਦਾ ਐਕਸਪੈਂਡੀਚਰ ਆ ਜਿਹੜਾ ਪੈਣਾ ਚਾਹੀਦਾ ਸੀ ਬਟ ਪਾਇਆ ਨਹੀਂ ਗਿਆ P&L ਅਕਾਊਂਟ ਦੇ ਵਿੱਚ, ਕੋਈ ਵੀ ਬਿਜ਼ਨਸ ਦਾ ਐਕਸਪੈਂਡੀਚਰ ਨਾਟ ਡੈਬਿਟਡ ਲਿਖਿਆ ਮੈਂ, ਨਾਟ ਡੈਬਿਟਡ, ਜਿਹੜਾ ਪਾਉਣਾ ਚਾਹੀਦਾ ਸੀ ਬਟ P&L ਅਕਾਊਂਟ ਦੇ ਵਿੱਚ ਉਹਨੇ ਪਾਇਆ ਨਹੀਂ ਹੋਇਆ, ਤੁਹਾਨੂੰ ਐਡਜਸਟਮੈਂਟ ਦੇ ਵਿੱਚੋਂ ਦਊਗਾ। ਤਾਂ ਬਿਜ਼ਨਸ ਐਕਸਪੈਂਡੀਚਰ P&L 'ਚ ਕੀ ਹੋਣੇ ਚਾਹੀਦੇ, ਲੈਸ। ਉਹਨੇ ਇੱਥੇ ਲੈਸ ਕੀਤਾ, ਨਹੀਂ ਕੀਤਾ ਤਾਂ ਅਸੀਂ ਕੀ ਕਰ ਦੇਣਾ, ਲੈਸ। ਉਸ ਤੋਂ ਬਾਅਦ ਕੋਈ ਵੀ ਐਸਾ ਐਕਸਪੈਂਡੀਚਰ ਹੈ ਜਿਹੜਾ ਬਿਜ਼ਨਸ ਦਾ ਨਹੀਂ ਹੈਗਾ, ਜਾਣੀ ਕਿ ਪਰਸਨਲ ਆ, ਔਰ ਉਹ ਇੱਥੇ ਪਾਇਆ ਹੋਇਆ ਤਾਂ ਮਤਲਬ ਉਹਨੇ ਲੈਸ ਕੀਤਾ ਹੋਇਆ। ਆਪਾਂ ਇਫੈਕਟ ਕੈਂਸਲ ਕਰਨ ਲਈ ਕੀ ਕਰਾਂਗੇ, ਐਡ। ਸੋ ਸ਼ਾਰਟ 'ਚ ਕੀ ਪੁਆਇੰਟ ਹੋ ਗਏ, ਬਿਜ਼ਨਸ ਐਕਸਪੈਂਡੀਚਰ ਜਿਹੜਾ P&L ਦੇ ਵਿੱਚ ਨਹੀਂ ਪਾਇਆ ਉਹ ਕੀ ਕਰ ਦੇਣਾ, ਮਾਈਨਸ। ਬਿਜ਼ਨਸ ਐਕਸਪੈਂਡੀਚਰ ਜਿਹੜਾ ਨਹੀਂ ਹੈਗਾ ਜਾਣੀ ਕਿ ਪਰਸਨਲ ਐਕਸਪੈਂਡੀਚਰ ਆ ਉਹ ਕੀ ਕਰ ਦੇਣਾ ਆ ਤੁਸੀਂ, ਐਡ। ਠੀਕ ਆ। ਮੈਂ ਨੀਚੇ ਲਿਖਿਆ ਹੋਇਆ ਪਰਸਨਲ ਐਕਸਪੈਂਡੀਚਰ ਐਡ, ਅਤੇ ਬਿਜ਼ਨਸ ਐਕਸਪੈਂਡੀਚਰ ਜਿਹੜਾ ਡੈਬਿਟ ਨਹੀਂ ਕੀਤਾ ਹੋਇਆ ਉਹ ਮੈਂ ਕੀ ਕਰ ਦੇਣਾ ਆ, ਮਾਈਨਸ। ਦੋ ਪੁਆਇੰਟ ਆਪਣੇ ਹੋ ਗਏ। ਉਸ ਤੋਂ ਬਾਅਦ ਤੁਸੀਂ ਇਨਕਮ ਸਾਈਡ 'ਤੇ ਜਾਣਾ ਆ। ਇਨਕਮ ਸਾਈਡ 'ਤੇ ਕੋਈ ਵੀ ਪਰਸਨਲ ਇਨਕਮ ਪਈ ਹੋਈ ਆ ਤਾਂ ਉਹ ਬਿਜ਼ਨਸ 'ਚ ਨਹੀਂ ਆਉਂਦੀ, ਉਹਨੇ ਐਡ ਕੀਤੀ ਹੋਈ ਹੈ ਨਾ, ਤਾਂ ਆਪਾਂ ਕੀ ਕਰਾਂਗੇ, ਲੈਸ। ਪਰਸਨਲ ਇਨਕਮ ਮੈਂ ਕੀ ਕਰਤੀ, ਲੈਸ। ਇਸ ਤੋਂ ਇਲਾਵਾ ਇਨਕਮ ਫਰੋਮ ਅਦਰ ਹੈਡ ਯਾਨੀ ਕਿ ਹਾਊਸ ਪ੍ਰੋਪਰਟੀ ਤੋਂ, ਸੈਲਰੀ ਤੋਂ, ਪ੍ਰੋਫਿਟ ਐਂਡ ਗੇਨ ਤੋਂ, ਜਾਂ ਇਨਕਮ ਫਰੋਮ ਅਦਰ ਸੋਰਸ ਤੋਂ। ਤੁਸੀਂ ਇਹ ਸਾਰੇ ਚੈਪਟਰ ਕਰ ਚੁੱਕੇ ਹੋ। ਹਾਊਸ ਪ੍ਰੋਪਰਟੀ ਕਰ ਲਿਆ, ਕੈਪੀਟਲ ਗੇਨ ਕਰ ਲਿਆ, ਅਦਰ ਸੋਰਸ ਕਰ ਲਿਆ, ਸੈਲਰੀ ਤਾਂ ਸੈਲਰੀ ਹੀ ਹੈ। ਅਗਰ ਇਹਨਾਂ 'ਚੋਂ ਕੋਈ ਵੀ ਇਨਕਮ ਇਸ ਸਾਈਡ ਪਈ ਹੈ ਤਾਂ ਉਹ ਇੱਥੇ ਨਹੀਂ ਆਣੀ ਕਿਉਂਕਿ ਇਹ PGBP ਹੈਡ ਕੈਲਕੂਲੇਟ ਕਰ ਰਹੇ ਹਾਂ। ਤਾਂ ਇਨਕਮ ਫਰੋਮ ਅਦਰ ਹੈਡ ਵੀ ਕੀ ਹੋਣੀ ਆ, ਮਾਈਨਸ। ਠੀਕ ਆ। ਹੁਣ P&L ਦੇ ਵਿੱਚ ਤੁਹਾਨੂੰ ਪਤਾ ਸਿਰਫ ਰੈਵਨਿਊ ਆਈਟਮਾਂ ਆਉਣੀਆਂ ਚਾਹੀਦੀਆਂ ਨੇ। ਅਗਰ ਕੋਈ ਵੀ ਕੈਪੀਟਲ ਐਕਸਪੈਂਡੀਚਰ ਪਾਇਆ ਹੋ ਜਿਵੇਂ ਲੈਂਡ ਐਂਡ ਬਿਲਡਿੰਗ ਦਾ ਪਰਚੇਜ਼ ਪ੍ਰਾਈਸ, ਟੈਕਨੀਕਲ ਨਾਓ ਹਾਊ, ਪੇਟੈਂਟ ਵਗੈਰਾ, ਇਹ ਸਾਰੀਆਂ ਚੀਜ਼ਾਂ ਪਾਈਆਂ ਨੇ ਤਾਂ ਉਹ ਕੀ ਕਰਨੀਆਂ ਨੇ, ਮਾਈਨਸ। ਕੈਪੀਟਲ ਐਕਸਪੈਂਡੀਚਰ ਕੀ ਆ P&L 'ਚ ਨਹੀਂ ਆਉਣੇ ਚਾਹੀਦੇ, ਉਹ ਆਪਾਂ ਕੀ ਕਰਾਂਗੇ, ਐਡ, ਕਿਉਂਕਿ ਉਹ ਪਹਿਲਾਂ ਮਾਈਨਸ ਕੀਤੇ ਹੋਏ ਨੇ। ਇਹ 'ਚ ਫਿਕਸ ਐਸਟ ਦਾ ਪਰਚੇਜ਼ ਪ੍ਰਾਈਸ ਆ ਜਾਂਦਾ ਜਾਂ ਫਿਕਸ ਐਸਟ ਦਾ ਲਾਸ ਆ ਜਾਂਦਾ। ਲਾਸ ਔਨ ਸੇਲ ਆਫ ਫਿਕਸ ਐਸਟ ਕੈਪੀਟਲ ਗੇਨ ਹੈਡ 'ਚ ਜਾਂਦਾ, ਇਸ ਲਈ ਇਹ ਵੀ ਕੀ ਹੋਊਗਾ, ਐਡ। ਇਸੇ ਤਰ੍ਹਾਂ ਕੋਈ ਕੈਪੀਟਲ ਇਨਕਮ ਆ ਜਾਣੀ ਕਿ ਕਿਸੇ ਐਸਟ ਦੀ ਸੇਲ ਗਿਵਨ ਆ ਜਾਂ ਫਿਰ ਕਿਸੇ ਐਸਟ ਦਾ ਪ੍ਰੋਫਿਟ ਐਂਡ ਲਾਸ ਗਿਵਨ, ਪ੍ਰੋਫਿਟ ਗਿਵਨ ਆ, ਉਹ ਵੀ ਕੀ ਕਰਨਾ ਆ, ਐਡ। ਹੁਣ ਲਾਸਟ ਪੁਆਇੰਟ ਰਹਿ ਗਿਆ, ਕੋਈ ਬਿਜ਼ਨਸ ਦੀ ਇਨਕਮ ਆ ਬਟ ਇਸ ਸਾਈਡ ਪਾਈ ਨਹੀਂ ਹੋਈ ਤਾਂ ਬਿਜ਼ਨਸ ਦੀ ਇਨਕਮ ਦਾ P&L 'ਚ ਆਉਣੀ ਚਾਹੀਦੀ ਹੈ ਨਾ, ਤਾਂ ਉਹ ਕੀ ਕਰਾਂਗੇ ਆਪਾਂ, ਐਡ। ਇਹ ਫਾਰਮੈਟ। ਠੀਕ ਹੈ। ਸਿੰਪਲ ਫਾਰਮੈਟ। ਡੈਪਰੀਸੀਏਸ਼ਨ ਜਿਹੜੀ P&L ਅਕਾਊਂਟ 'ਚ ਗਿਵਨ ਹੋਊਗੀ ਉਹ ਐਡ ਕਰ ਦੇਣੀ ਹੈ, ਜਿਹੜੀ ਡੈਪਰੀਸੀਏਸ਼ਨ ਐਡਜਸਟਮੈਂਟ 'ਚ ਗਿਵਨ ਆ ਉਹ ਮਾਈਨਸ ਕਰ ਦੇਣੀ ਹੈ। ਉਹਦਾ ਕਾਰਨ ਕੀ ਹੈ ਕਿ ਜਿਹੜੀ ਇਨਕਮ ਟੈਕਸ ਆ ਉਹ ਨੀਚੇ ਲਿਖਿਆ ਹੁੰਦਾ ਡੈਪਰੀਸੀਏਸ਼ਨ ਅਲਾਉਡ ਐਜ਼ ਪਰ ਇਨਕਮ ਟੈਕਸ, ਮਤਲਬ
ਇਨਕਮ ਟੈਕਸ ਦੇ ਮੁਤਾਬਿਕ ਇੰਨੀ ਹੀ ਡੈਪਰੇਸ਼ਨ ਤੁਸੀਂ P&L 'ਚ ਡਿਡਕਟ ਕਰ ਸਕਦੇ ਹੋ। ਓਬਵੀਅਸਲੀ ਉੱਪਰ ਤੁਸੀਂ ਘੱਟ ਕੀਤੀ ਹੁੰਦੀ ਹੈ ਜਾਂ ਵੱਧ ਕੀਤੀ ਹੁੰਦੀ ਹੈ, ਇਸ ਲਈ ਇਹਦਾ ਸ਼ਾਰਟਕਟ ਇਹੀ ਆ ਕਿ ਉੱਪਰ ਵਾਲੀ ਐਡ ਕਰ ਲਓ, ਨੀਚੇ ਵਾਲੀ ਮਾਈਨਸ ਕਰ ਦਿਓ। ਠੀਕ ਆ। ਇੱਕ ਤੁਹਾਨੂੰ ਦਿੰਦੇ ਆ ਬੈਡ ਡੈਟ ਰਿਕਵਰਡ, ਅਗਰ ਤਾਂ ਉਹ ਡਿਸਅਲਾਊਡ ਅਰਲੀਅਰ ਹੋਣ ਤਾਂ ਉਹ ਤੁਸੀਂ ਕੀ ਕਰਨੇ ਆ, ਬੈਡ ਡੈਟ ਰਿਕਵਰਡ ਡਿਸਅਲਾਊਡ ਅਰਲੀਅਰ ਐਡ। ਅਗਰ ਬੈਡ ਡੈਟ ਰਿਕਵਰਡ ਡਿਸਅਲਾਊਡ ਅਰਲੀਅਰ ਐਡਜਸਟਮੈਂਟ 'ਚ ਗਿਵਨ ਨੇ ਤਾਂ ਐਡ। ਜੇ P&L 'ਚ ਗਿਵਨ ਆ ਤਾਂ ਕੁਛ ਨਹੀਂ ਕਰਨਾ, ਕਿਉਂਕਿ ਐਡ ਕਰਨੇ ਸੀ, ਐਡ ਆਲਰੇਡੀ ਹੈਗੇ ਆ। ਇਹਦਾ ਕਾਰਨ ਕੀ ਹੁੰਦਾ ਕਿ ਅਸੀਂ ਬੈਡ ਡੈਟ ਰਿਕਵਰ ਡਿਸਅਲਾਊਡ ਅਰਲੀਅਰ ਐਡ ਕਿਉਂ ਕਰਦੇ ਹਾਂ, ਕਿਉਂਕਿ ਪਹਿਲਾਂ ਬੈਡ ਡੈਟ ਸੀ, ਅਸੀਂ P&L 'ਚ ਪਾ ਲਈ। ਅਗਰ P&L 'ਚ ਪਾ ਲਏ ਮਤਲਬ ਪ੍ਰੋਫਿਟ ਘਟ ਗਿਆ, ਪ੍ਰੋਫਿਟ ਘਟ ਗਿਆ ਤਾਂ ਮਤਲਬ ਟੈਕਸ ਬੈਡ ਡੈਟਸ 'ਤੇ ਨਹੀਂ ਲੱਗਿਆ। ਅਗਰ ਉਹ ਮੈਨੂੰ ਫਿਊਚਰ 'ਚ ਰਿਕਵਰ ਹੋ ਜਾਂਦਾ ਮਤਲਬ ਮੇਰੀ ਇਨਕਮ ਔਰ ਉਹ 'ਤੇ ਕੀ ਲੱਗਣਾ ਬਣਦਾ, ਟੈਕਸ। ਤਾਂ ਇਹਦਾ ਮਤਲਬ ਉਹ P&L ਦੇ ਵਿੱਚ ਬੈਡ ਡੈਟ ਰਿਕਵਰ ਡਿਸਅਲਾਊਡ ਅਰਲੀਅਰ ਹੋਣੇ ਚਾਹੀਦੇ ਆ। ਠੀਕ ਆ। ਅਗਰ ਬੈਡ ਡੈਟ ਰਿਕਵਰ ਡਿਸਅਲਾਊਡ ਅਰਲੀਅਰ P&L 'ਚ ਹੈ ਤਾਂ ਵੈਲ ਐਂਡ ਗੁੱਡ, ਅਗਰ ਨਹੀਂ ਹੈ ਐਡਜਸਟਮੈਂਟ 'ਚ ਨੇ ਤਾਂ ਐਡ। ਇੱਕ ਚੀਜ਼ ਹੋਰ ਰੱਖੋ, ਅਗਰ P&L ਦੇ ਵਿੱਚ ਇਨਕਮ ਸਾਈਡ 'ਤੇ ਪਾਇਆ ਹੋਵੇ ਬੈਡ ਡੈਟ ਰਿਕਵਰਡ ਅਲਾਊਡ ਅਰਲੀਅਰ, ਮਤਲਬ ਕਿ ਪਹਿਲਾਂ ਇਹ ਅਰਲੀਅਰ ਅਲਾਊ ਕਰ ਦਿੱਤੇ ਗਏ ਸੀ, ਮਤਲਬ ਇਹ 'ਤੇ ਪਹਿਲਾਂ ਉਹ ਟੈਕਸ ਪੇ ਕਰ ਚੁੱਕੇ ਆ, ਤਾਂ ਫਿਰ ਤੁਸੀਂ P&L 'ਚ ਪਾਏ ਹੋਏ ਨੇ ਦੁਬਾਰਾ ਪਾਣੇ ਨਹੀਂ, ਇਸ ਲਈ ਇਹਨੂੰ ਕੀ ਕਰਾਂਗੇ, ਮਾਈਨਸ। ਠੀਕ ਆ। ਇੱਕ ਪੁਆਇੰਟ ਹੋਰ ਆ, ਕੋਈ ਵੀ ਐਕਸਪੈਂਡੀਚਰ, ਕੋਈ ਵੀ ਇਨਕਮ, ਅਗਰ ਕੋਈ ਵੀ ਐਕਸਪੈਂਡੀਚਰ ਡੇਟ ਆਫ ਫਾਈਲਿੰਗ ਆਫ ਰਿਟਰਨ ਤੋਂ ਬਾਅਦ ਆ ਤਾਂ ਐਡ ਕਰ ਦੇਣਾ, ਅਗਰ P&L 'ਚ ਹੈ। ਅਗਰ P&L 'ਚ ਨਹੀਂ ਸਿਰਫ ਐਡਜਸਟਮੈਂਟ ਦਿੱਤਾ, ਦੇਖੋ ਪਹਿਲਾਂ ਹੀ ਪਾਇਆ ਨਹੀਂ ਹੋਇਆ ਤਾਂ ਆਪਾਂ ਵੀ ਉਹਦਾ ਕੁਛ ਨਹੀਂ ਕਰਨਾ। ਠੀਕ ਆ। ਅਗਰ ਕੋਈ ਇਨਕਮ ਜਿਹੜੀ ਡੇਟ ਆਫ ਫਾਈਲਿੰਗ ਤੋਂ ਬਾਅਦ ਮਿਲੀ ਆ, ਅਗਰ P&L 'ਚ ਪਾਈ ਹੋਈ ਹੈ ਤਾਂ ਮਾਈਨਸ ਕਰ ਦਿਓ, ਕਿਉਂਕਿ ਪੈਣੀ ਨਹੀਂ ਚਾਹੀਦੀ। ਅਗਰ ਨਹੀਂ ਪਾਈ ਹੋਈ ਵੈਲ ਐਂਡ ਗੁੱਡ, ਕਿਉਂਕਿ ਆਪਾਂ ਮਾਈਨਸ ਕਰਕੇ ਵੈਸੇ ਵੀ ਉਡਾਣੀ ਸੀ। ਠੀਕ ਆ। ਹੁਣ ਤੁਹਾਨੂੰ ਇਹ ਚੀਜ਼ ਦੀ ਕਨਫਿਊਜ਼ਨ ਕਈ ਵਾਰ ਹੋ ਜਾਂਦੀ ਹੈ ਕਿ ਇਹ ਜਿਹੜਾ ਖਰਚਾ ਆ ਉਹ ਪਰਸਨਲ ਆ ਕਿ ਬਿਜ਼ਨਸ ਦਾ ਹੈ। ਕੁਛ ਖਰਚੇ ਐਸੇ ਆ ਜਿਹੜੇ ਆਪਾਂ ਨੂੰ ਦੇਖਣ ਤੋਂ ਲੱਗਦੇ ਆ ਪਰਸਨਲ ਆ, ਬਟ ਉਹ ਬਿਜ਼ਨਸ ਦੇ ਹੁੰਦੇ ਆ, ਜਿਵੇਂ ਦੀਵਾਲੀ ਪੂਜਨ ਐਕਸਪੈਂਡੀਚਰ। ਠੀਕ ਆ। ਇਹ ਬਿਜ਼ਨਸ ਦਾ ਖਰਚਾ ਆ, ਇਹਨੂੰ ਪਰਸਨਲ ਮੰਨ ਕੇ ਐਡ ਨਹੀਂ ਕਰਨਾ। ਇੱਕ ਪ੍ਰੀਲਿਮਿਨਰੀ ਐਕਸਪੈਂਡੀਚਰ ਆ, ਉਹ ਸਿਰਫ 1/5 ਅਲਾਊਡ ਆ, P&L ਸਿਰਫ ਤੁਸੀਂ 1/5 ਮਾਈਨਸ ਕਰਦੇ ਹੋ। ਅਗਰ ਉਹਨੇ ਪ੍ਰੀਲਿਮਿਨਰੀ ਐਕਸਪੈਂਡੀਚਰ ਲਿਖਿਆ ਹੋਇਆ ਤਾਂ ਤੁਸੀਂ ਉਹਦਾ 4/5 ਜਿੰਨਾ ਵੀ ਦਿੱਤਾ ਹੋਇਆ, ਮੰਨ ਲਓ 10,000 ਦਿੱਤਾ, ਉਹਦਾ 4/5 ਕਰ ਲਿਓ, ਜਾਣੀ ਕਿ 8,000 ਰੁਪਈਆ ਤੁਸੀਂ ਐਡ ਬੈਕ ਕਰ ਦੇਣਾ, ਕਿਉਂਕਿ ਅਲਾਊਡ ਕਿੰਨਾ ਆ, 2,000। ਔਰ ਇਹ ਮੈਕਸੀਮਮ ਪਰ ਕਾਸਟ ਆਫ ਪ੍ਰੋਜੈਕਟ ਦੇ 5% ਤੱਕ ਮਿਲਦਾ। ਪ੍ਰੈਕਟੀਕਲੀ ਇਹ ਤੁਹਾਨੂੰ ਕਿਤੇ ਸਮਝ 'ਚੋਂ ਦਿੰਦੇ ਨਹੀਂ। OYT ਸਕੀਮ, ਓਨ ਯੂਅਰ ਟੈਲੀਫੋਨ ਸਕੀਮ, ਸਕੀਮ ਦੇਖ ਕੇ ਆਪਾਂ ਨੂੰ ਲੱਗਦਾ ਵੀ ਇਹ ਕੈਪੀਟਲ ਖਰਚਾ ਆ, ਔਰ ਕੈਪੀਟਲ ਐਕਸਪੈਂਡੀਚਰ ਸਮਝ ਕੇ ਕਈ ਜਣੇ ਇਹਨੂੰ ਕੀ ਕਰਨ ਦੇ ਐਡ, ਪਰ ਇਹ ਕੈਪੀਟਲ ਨਹੀਂ, ਰੈਵਨਿਊ ਆਈਟਮ ਆ, ਇਹ ਵੀ ਐਡ ਨਹੀਂ ਕਰਨੀ ਤੁਸੀਂ। ਉਸ ਤੋਂ ਇਲਾਵਾ P&L ਦੇ ਵਿੱਚ ਕੋਈ ਵੀ ਕੈਸ਼ ਪੇਮੈਂਟ ਜਿਹੜੀ 10,000 ਤੋਂ ਜ਼ਿਆਦਾ ਕੀਤੀ ਗਈ ਹੈ, ਜਾਂ ਬੇਰੀਅਰ ਚੈੱਕ, ਬੇਰੀਅਰ ਚੈੱਕ ਅਤੇ ਕੈਸ਼ ਪੇਮੈਂਟ ਦੋਨੋਂ ਸੇਮ ਆ। ਅਗਰ 10,000 ਤੋਂ ਜ਼ਿਆਦਾ ਨੇ ਤਾਂ ਫੁੱਲ ਦੀ ਫੁੱਲ ਅਮਾਊਂਟ ਐਡ ਕਰਨੀ ਹੈ। ਔਰ ਟਰਾਂਸਪੋਰਟ ਕੰਪਨੀ 'ਚ 35,000 ਆ ਲਿਮਿਟ। ਔਰ ਓਬਵੀਅਸਲੀ ਸਮ ਸਟਾਰਟ ਕਰਨ ਤੋਂ ਪਹਿਲਾਂ ਉੱਪਰ ਦੇਖ ਲਿਓ ਵੀ P&L ਟਰਾਂਸਪੋਰਟ ਕੰਪਨੀ ਦਾ ਨਾ ਹੋ। ਔਰ ਇਹਦੀਆਂ ਕੁਝ ਐਕਸੈਪਸ਼ਨਸ ਨੇ, ਉਹ ਮੈਂ ਤੁਹਾਨੂੰ ਪੜ੍ਹਾ ਦਿੰਦੇ ਹਾਂ। ਉਸ ਤੋਂ ਬਾਅਦ ਟੈਕਨੀਕਲ ਨਾਓ ਹਾਊ, ਕਾਪੀਰਾਈਟ, ਪੇਟੈਂਟ, ਇਹ ਸਭ ਕੀ ਆ, ਕੈਪੀਟਲ। ਅਗਰ ਇਹ P&L 'ਚ ਦਿੱਤੇ ਹੋਏ ਤਾਂ ਇਹ ਐਡ ਕਰ ਲਿਓ, ਕਿਉਂਕਿ ਕੈਪੀਟਲ ਐਕਸਪੈਂਡੀਚਰ ਆਪਾਂ P&L 'ਚ ਨਹੀਂ ਪਾਉਂਦੇ। ਔਰ ਉਹਦੀ ਡੈਪਰੀਸੀਏਸ਼ਨ ਕਿੰਨੀ ਲੱਗਣੀ ਹੈ, 25%। ਇਹਨਾਂ ਦਾ 25% ਤੁਸੀਂ ਕੀ ਕਰੋਗੇ, ਲੈਸ। ਇੱਕ ਦੋ ਚੀਜ਼ਾਂ ਮੈਂ ਹੋਰ ਨੇ ਤੁਹਾਨੂੰ ਬੁੱਕ 'ਚੋਂ ਦਿਖਾ ਦਿੰਦਾ। ਮੈਂ ਤੁਹਾਨੂੰ ਕਿਹਾ ਸੀ ਕਿ ਕੈਸ਼ ਪੇਮੈਂਟ ਅਗਰ ਕੋਈ ਵੀ 10,000 ਤੋਂ ਜ਼ਿਆਦਾ ਅਤੇ ਟਰਾਂਸਪੋਰਟ ਕੰਪਨੀ 'ਚ 35,000 ਤੋਂ ਜ਼ਿਆਦਾ ਆ ਤਾਂ ਉਹ ਆਪਾਂ ਡਿਸਅਲਾਓ ਕਰਨੀ ਹੈ, ਮਤਲਬ ਐਡ ਬੈਕ ਕਰਨੀ ਹੈ। ਬਟ ਕੁਝ ਐਕਸੈਪਸ਼ਨਸ ਨੇ। ਅਗਰ ਉਹ ਪੇਮੈਂਟ ਐਗਰੀਕਲਚਰ ਲਈ ਕੀਤੀ ਜਾਂਦੀ ਹੈ, ਫੋਰੈਸਟ ਪ੍ਰੋਡਿਊਸ ਲਈ ਕੀਤੀ ਜਾਂਦੀ ਹੈ, ਐਨੀਮਲਸ ਲਈ ਕੀਤੀ ਜਾਂਦੀ ਹੈ, ਫਿਸ਼ਿੰਗ ਪ੍ਰੋਡਕਟ ਵਗੈਰਾ ਲਈ ਆ, ਤਾਂ ਉਹ ਅਲਾਊਡ ਆ, ਚਾਹੇ ਉਹ 10,000 ਤੋਂ ਜ਼ਿਆਦਾ ਹੀ ਕਿਉਂ ਨਾ ਹੋਵੇ। ਜਾਂ ਫਿਰ ਪੇਮੈਂਟ ਜਿਹੜੀ ਕਾਟੇਜ ਇੰਡਸਟਰੀ ਦੇ ਦੁਆਰਾ ਹੁੰਦੀ ਹੈ ਤਾਂ ਵੀ ਅਲਾਊਡ ਆ। ਅਗਰ ਪੇਮੈਂਟ ਇਸ ਸ਼ਹਿਰ ਜਾਂ ਉਸ ਪਿੰਡ 'ਚ ਕੀਤੀ ਜਾਂਦੀ ਆ ਜਿੱਥੇ ਕੋਈ ਬੈਂਕ ਸਰਵਿਸ ਨਹੀਂ ਕਰ ਰਿਹਾ, ਯਾਨੀ ਕਿ ਕੋਈ ਬੈਂਕ ਨਹੀਂ ਹੈਗਾ, ਤਾਂ ਵੀ ਉਹ 10,000 ਤੋਂ ਕੀਤੀ ਗਈ ਪੇਮੈਂਟ ਜ਼ਿਆਦਾ ਅਲਾਊਡ ਆ। ਇਸੇ ਤਰ੍ਹਾਂ ਅਗਰ ਰਿਟਰੈਂਚਮੈਂਟ ਹੋ ਗਈ ਇੰਪਲੋਈ ਦੀ ਜਾਂ ਵਗੈਰਾ, ਉਹ ਸਾਰੀਆਂ ਚੀਜ਼ਾਂ, ਜਾਂ ਡਿਸਚਾਰਜ ਦੇ ਤੌਰ 'ਤੇ ਅਗਰ ਉਹਨੂੰ ਕੋਈ 50,000 ਤੱਕ ਦੀ ਅਮਾਊਂਟ ਮਿਲਦੀ ਹੈ ਤਾਂ ਉਹ ਵੀ ਕੀ ਹੈ, ਅਲਾਊਡ। ਅਗਰ ਕੋਈ ਪਰਸਨ ਟੈਂਪਰਰੀ ਬੇਸ 'ਤੇ 15 ਦਿਨ ਤੋਂ ਜ਼ਿਆਦਾ ਲਈ ਕਿਤੇ ਹੋਰ ਐਸੇ ਪਲੇਸ 'ਤੇ
ਭੇਜ ਦਿੱਤਾ ਜਾਂਦਾ ਜਿੱਥੇ ਬੈਂਕ ਅਕਾਊਂਟ ਨਹੀਂ ਚੱਲਦਾ, ਉਸ ਕੇਸ ਦੇ ਵਿੱਚ ਵੀ ਕੈਸ਼ ਕੀਤੀ ਗਈ ਪੇਮੈਂਟ ਅਲਾਉਡ ਹੈ। ਜਾਂ ਜਿਸ ਡੇਟ ਨੂੰ ਉਹਨੇ ਪੇਮੈਂਟ ਕਰਨੀ ਹੈ ਉਸ ਦਿਨ ਬੈਂਕ ਦੀ ਸਟ੍ਰਾਈਕ ਹੈ ਜਾਂ ਹੌਲੀਡੇ ਆ, ਤਾਂ ਵੀ 10,000 ਤੋਂ ਕੀਤੀ ਗਈ ਪੇਮੈਂਟ ਜ਼ਿਆਦਾ ਹੈ, ਅਲਾਉਡ ਆ। ਠੀਕ ਆ। ਜਾਂ ਫਿਰ ਮੈਂ ਪੇਮੈਂਟ ਕਿਸੇ ਐਸੇ ਏਜੰਟ ਨੂੰ ਕੀਤੀ ਆ ਜਿਹਦੀ ਲਾਇਬਿਲਿਟੀ ਸਿਰਫ ਕੈਸ਼ ਪੇਮੈਂਟ ਕਰਨ ਦੀ ਹੈ ਅੱਗੇ। ਠੀਕ ਆ। ਇਹ ਸਾਰੀਆਂ ਚੀਜ਼ਾਂ ਪੜ੍ਹ ਲਿਓ ਅਤੇ ਇਹਦੇ ਨੀਚੇ ਥਰਡ ਇਲਸਟ੍ਰੇਸ਼ਨਾਂ ਕਰਕੇ ਦੇਖ ਲਿਓ, ਤੁਹਾਡਾ ਕੈਸ਼ ਪੇਮੈਂਟ ਵਾਲਾ ਪੁਆਇੰਟ ਕਲੀਅਰ ਹੋ ਜਾਊਗਾ। ਇੱਕ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰੋਫਿਟ ਐਂਡ ਲਾਸ ਆ, ਜਿਹੜਾ ਪ੍ਰੋਫਿਟ ਔਨ ਦਾ ਸੇਲ ਜਾਂ ਪ੍ਰੋਫਿਟ ਔਨ ਫਿਕਸ ਐਸਟ ਇਨਕਮ ਹੁੰਦੀ ਆ, ਅਗਰ ਉਹ P&L 'ਚ ਪਾਈ ਆ ਤਾਂ ਉਹ ਮਾਈਨਸ ਕਰਨੀ ਕਿਉਂਕਿ ਕੈਪੀਟਲ ਗੇਨ 'ਚ ਆਉਂਦੀ ਆ। ਇਸੇ ਤਰ੍ਹਾਂ ਲਾਸ ਆ ਜਿਹੜਾ ਉਹ ਵੀ ਮਾਈਨਸ ਕਰਨਾ ਕਿਉਂਕਿ ਉਹ ਕੈਪੀਟਲ ਗੇਨ ਹੈਡ 'ਚ ਆਉਂਦਾ, ਐਡ ਕਰਨਾ ਸੌਰੀ। ਪਰ ਕੁਝ ਐਸੇ ਆ ਜਿਹੜੇ ਪ੍ਰੋਫਿਟ ਉਹ ਅਲਾਉਡ ਨੇ ਔਰ ਬਿਜ਼ਨਸ ਦੇ ਖਰਚੇ ਨੇ, ਉਹ ਤੁਹਾਨੂੰ ਐਕਸਪੋਰਟ ਇਨਸੈਂਟਿਵ ਕਰਕੇ ਬੁੱਕ ਦੇ ਵਿੱਚ ਗਿਵਨ ਆ। ਅਗਰ ਪ੍ਰੋਫਿਟ ਔਨ ਦਾ ਸੇਲ ਆਫ ਲਾਇਸੈਂਸ ਆ, ਬਿਜ਼ਨਸ ਦੀ ਇਨਕਮ ਆ, ਭੁਲੇਖੇ ਨਾਲ ਵੀ ਤੁਸੀਂ ਇਹ ਲੈਸ ਨਹੀਂ ਕਰਨੀ। ਕੈਸ਼ ਅਸਿਸਟੈਂਸ ਦਿੱਤੀ ਗਈ ਹੈ ਗਵਰਨਮੈਂਟ ਦੁਆਰਾ, ਲੈਸ ਨਹੀਂ ਕਰਨੀ। ਕੋਈ ਕਸਟਮ ਡਿਊਟੀ ਜਾਂ ਐਕਸਾਈਜ਼ ਡਿਊਟੀ ਦਾ ਰਿਫੰਡ ਆ ਗਿਆ, ਲੈਸ ਨਹੀਂ ਕਰਨੀ। ਡਿਊਟੀ ਇੰਟਾਈਟਲਮੈਂਟ ਪਾਸਬੁੱਕ ਤੋਂ ਕੋਈ ਪ੍ਰੋਫਿਟ ਹੋਇਆ, ਲੈਸ ਨਹੀਂ ਕਰਨਾ। ਪ੍ਰੋਫਿਟ ਔਨ ਡਿਊਟੀ ਫ੍ਰੀ ਰਿਪਲੇਸਮੈਂਟ ਸਕੀਮ ਆ ਗਈ, ਲੈਸ ਨਹੀਂ ਕਰਨੀ। ਠੀਕ ਆ। ਇਨ ਸ਼ਾਰਟ ਮੈਂ ਇੰਨਾ ਕਹਿ ਦਿੰਦੇ ਹਾਂ ਕਿ ਤੁਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਨੂੰ ਇਨਕਮ ਟੈਕਸ ਦੇ ਰੂਲ ਦੇ ਮੁਤਾਬਿਕ ਐਡਜਸਟ ਕਰਨਾ ਆ। ਤੁਸੀਂ ਉਹਦਾ ਪ੍ਰੋਫਿਟ ਚੱਕ ਲੈਣਾ ਆ ਔਰ ਉਹਦੇ ਵਿੱਚ ਹਮੇਸ਼ਾ ਉਹੀ ਚੀਜ਼ ਲੈਸ ਹੋਈ ਹੋਣੀ ਚਾਹੀਦੀ ਹੈ, ਉਹੀ ਖਰਚੇ ਜਿਹੜੇ ਬਿਜ਼ਨਸ ਦੇ ਹੋਣ। ਅਗਰ ਕੋਈ ਐਸਾ ਖਰਚਾ ਜੋ ਬਿਜ਼ਨਸ ਦਾ ਹੈ ਬਟ P&L 'ਚੋਂ ਲੈਸ ਨਹੀਂ ਕੀਤਾ, ਉਹ ਤੁਸੀਂ ਲੈਸ ਕਰ ਦੇਣਾ। ਜਾਂ ਕੋਈ ਐਸੀ ਇਨਕਮ ਜਿਹੜੀ ਬਿਜ਼ਨਸ ਦੀ ਹੈ ਬਟ ਉਹਨੇ ਪਾਈ ਨਹੀਂ ਤਾਂ ਉਹ ਤੁਸੀਂ ਐਡ ਕਰ ਦੇਣੀ ਹੈ। ਇਹਦੇ ਉਲਟ ਲੈ ਲਓ, ਅਗਰ ਕੋਈ ਪਰਸਨਲ ਐਕਸਪੈਂਡੀਚਰ ਆ P&L 'ਚ ਪਾਇਆ ਹੋਇਆ ਤਾਂ ਉਹ ਨਹੀਂ ਆਉਣਾ ਚਾਹੀਦਾ, ਤਾਂ ਉਹ ਆਪਾਂ ਲੈਸ ਤਾਂ ਪਹਿਲਾਂ ਹੀ ਕੀਤਾ ਹੋਇਆ, ਆਪਾਂ ਇਫੈਕਟ ਕੈਂਸਲ ਕਰਨ ਲਈ ਕੀ ਕਰਾਂਗੇ, ਐਡ। ਇਸੇ ਤਰ੍ਹਾਂ ਕੋਈ ਪਰਸਨਲ ਇਨਕਮ ਪਾਈ ਹੋਈ ਹੈ, ਉਹ ਐਡ ਕੀਤੀ ਹੋਈ ਹੈ ਉਹਨਾਂ ਨੇ, ਪਰ ਪਰਸਨਲ ਇਨਕਮ ਦਾ ਪ੍ਰੋਫਿਟ ਐਂਡ ਗੇਨ 'ਚ ਆਉਂਦੀ ਹੋਈ ਨਹੀਂ, ਸੋ ਆਪਾਂ ਕੀ ਕਰਾਂਗੇ, ਲੈਸ। ਇਸੇ ਤਰ੍ਹਾਂ ਅਗਰ ਕੋਈ ਕੈਪੀਟਲ ਖਰਚਾ ਆ, ਕੈਪੀਟਲ ਐਕਸਪੈਂਡੀਚਰ ਯਾਨੀ ਕਿ ਪਰਚੇਜ਼ ਆਫ ਬਿਲਡਿੰਗ ਜਾਂ ਪੇਟੈਂਟ ਵਗੈਰਾ ਗਿਵਨ ਨੇ, ਤਾਂ ਉਹ ਕੈਪੀਟਲ ਨੇ, P&L 'ਚ ਨਹੀਂ ਆਉਂਦੇ, ਐਡ। ਉਹਨਾਂ ਦੀ ਸਿਰਫ ਡੈਪਰੀਸੀਏਸ਼ਨ ਲੈਸ ਹੋਊਗੀ। ਇਸੇ ਤਰ੍ਹਾਂ ਕੋਈ ਇਨਕਮ ਹੋਊਗੀ ਅਦਰ ਹੈਡ ਤੋਂ, ਸੈਲਰੀ ਤੋਂ, ਕੈਪੀਟਲ ਗੇਨ ਤੋਂ, ਪ੍ਰੋਫਿਟ ਔਨ ਦਾ ਸੇਲ ਆਫ ਐਸੇਟ ਜਾਂ ਇੰਟਰਸਟ ਔਨ ਸੇਵਿੰਗ, ਰੈਂਟ ਫਰੋਮ ਹਾਊਸ ਪ੍ਰੋਪਰਟੀ, ਇਹ ਵੀ ਲੈਸ ਹੋਣਗੇ ਕਿਉਂਕਿ ਆਪਾਂ ਪ੍ਰੋਫਿਟ ਐਂਡ ਗੇਨ ਪਤਾ ਕਰ ਰਹੇ ਹਾਂ। ਠੀਕ ਆ। ਔਰ ਜਿੰਨੇ ਮੈਕਸਿਮਮ ਪੁਆਇੰਟ ਜਿਹੜੇ ਪ੍ਰੈਕਟੀਕਲ ਸਮਝ ਯੂਜ਼ ਹੋਣੇ ਸੀ ਉਹ ਮੈਂ ਤੁਹਾਨੂੰ ਦੱਸਦੇ। ਅਗਰ ਤੁਸੀਂ ਇਹ ਵੀਡੀਓ ਧਿਆਨ ਨਾਲ ਸੁਣ ਲਓ, ਤੁਹਾਡਾ ਪ੍ਰੋਫਿਟ ਐਂਡ ਗੇਨ ਦਾ ਸਮ ਨਹੀਂ ਅੜੂਗਾ।